प्यारे विद्यार्थियों, सत श्री अकाल। मैं मनप्रीत कौर, साइंस अध्यापका, सरकारी सीनियर सैकेंडरी स्मार्ट स्कूल टोडरपुर, ਜ਼ਿਲ੍ਹਾ ਪਟਿਆਲਾ ਅੱਜ ਤੁਹਾਡੇ ਨਾਲ 10ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਅਧਿਆਇ 6 ਜੈਵਿਕ ਕਿਰਿਆਵਾਂ ਲਾਈਫ ਪ੍ਰੋਸੈਸਿਸ ਬਾਰੇ ਚਰਚਾ ਕਰਾਂਗੇ। ਬੱਚਿਓ, ਪਿਛਲੇ ਲੈਕਚਰਸ ਦੇ ਵਿੱਚ ਤੁਸੀਂ ਇਸ ਪਾਠ ਨਾਲ ਸੰਬੰਧਿਤ ਵੱਖ-ਵੱਖ ਜੈਵਿਕ ਕਿਰਿਆਵਾਂ ਬਾਰੇ ਬੜੇ ਵਿਸਥਾਰਪੂਰਵਕ ਪੜ੍ਹਿਆ ਹੈ। ਅੱਜ ਦੇ ਲੈਕਚਰ ਵਿੱਚ ਅਸੀਂ ਇਸ ਲੈਸਨ ਦੇ ਇੰਪੋਰਟੈਂਟ ਕੁਐਸਚਨ ਆਨਸਰਸ ਨੂੰ ਡਿਸਕਸ ਕਰਾਂਗੇ। ਤਾਂ ਬੱਚਿਓ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਸ ਪਾਠ ਦੇ ਬਲੂਪ੍ਰਿੰਟ ਬਾਰੇ। ਬੱਚਿਓ, ਇਸ ਪਾਠ ਦੇ ਵਿੱਚੋਂ ਤੁਹਾਨੂੰ 2 ਅੰਕਾਂ ਦਾ ਇੱਕ ਪ੍ਰਸ਼ਨ ਅਤੇ 3 ਅੰਕਾਂ ਦਾ ਵੀ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਹੈ। ਭਾਵ ਕਿ ਇਸ ਪਾਠ ਦੇ ਵਿੱਚੋਂ ਕੁੱਲ 5 ਅੰਕਾਂ ਦੇ ਪ੍ਰਸ਼ਨ ਤੁਹਾਨੂੰ ਪ੍ਰੀਖਿਆ ਦੇ ਵਿੱਚ ਪੁੱਛੇ ਜਾਂਦੇ ਹਨ। ਆਓ ਹੁਣ ਵਧਦੇ ਹਾਂ ਇਸ ਪਾਠ ਦੇ ਫਸਟ ਕੁਐਸਚਨ ਵੱਲ। ਜੈਵਿਕ ਕਿਰਿਆਵਾਂ ਤੋਂ ਕੀ ਭਾਵ ਹੈ? ਡਿਫਾਈਨ ਲਾਈਫ ਪ੍ਰੋਸੈਸਿਸ। ਬੱਚਿਓ, ਉਹ ਕਿਰਿਆਵਾਂ ਜੋ ਕਿਸੇ ਵੀ ਜੀਵ ਦੇ ਜਿਉਂਦੇ ਰਹਿਣ ਵਾਸਤੇ ਅਤ ਜ਼ਰੂਰੀ ਹੁੰਦੀਆਂ ਹਨ, ਉਹਨਾਂ ਨੂੰ ਅਸੀਂ ਜੈਵਿਕ ਕਿਰਿਆਵਾਂ ਆਖਦੇ ਹਾਂ। ਜਿਵੇਂ ਪੋਸ਼ਣ ਨਿਊਟ੍ਰੀਸ਼ਨ, ਸਾਹ ਕਿਰਿਆ ਰੈਸਪੀਰੇਸ਼ਨ, ਪਰਿਵਹਨ ਸਰਕੂਲੇਸ਼ਨ ਅਤੇ ਮਲ ਤਿਆਗ ਐਕਸਕ੍ਰੀਸ਼ਨ। ਨੈਕਸਟ ਕੁਐਸਚਨ, ਪੋਸ਼ਣ ਦੀ ਪਰਿਭਾਸ਼ਾ ਦਿਓ। ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਅਜਿਹੀਆਂ ਕਿਰਿਆਵਾਂ ਦਾ ਸਮੂਹ ਜਿਨ੍ਹਾਂ ਦੁਆਰਾ ਕੋਈ ਵੀ ਜੀਵ ਆਪਣੀ ਕਿਰਿਆਸ਼ੀਲਤਾ ਨੂੰ ਬਣਾਈ ਰੱਖਣ ਦੇ ਲਈ ਅਤੇ ਆਪਣੇ ਵਾਧੇ ਲਈ, ਗਰੋਥ ਐਂਡ ਡਿਵੈਲਪਮੈਂਟ ਦੇ ਲਈ ਭੋਜਨ ਨੂੰ ਪ੍ਰਾਪਤ ਕਰਕੇ ਉਸ ਦਾ ਉਪਯੋਗ ਕਰਦਾ ਹੈ, ਉਸ ਨੂੰ ਅਸੀਂ ਪੋਸ਼ਣ ਆਖਦੇ ਹਾਂ। ਪੋਸ਼ਣ 2 ਪ੍ਰਕਾਰ ਦਾ ਹੁੰਦਾ ਹੈ, ਸਵੈ ਪੋਸ਼ੀ ਪੋਸ਼ਣ ਅਤੇ ਪਰਪੋਸ਼ੀ ਪੋਸ਼ਣ। ਨੈਕਸਟ ਕੁਐਸਚਨ, ਅਮੀਬਾ ਆਪਣਾ ਭੋਜਨ ਕਿਵੇਂ ਪ੍ਰਾਪਤ ਕਰਦਾ ਹੈ? ਬੱਚਿਓ, ਅਮੀਬਾ ਬਾਰੇ ਤੁਸੀਂ ਛੋਟੀਆਂ ਜਮਾਤਾਂ ਤੋਂ ਪੜ੍ਹਦੇ ਆ ਰਹੇ ਹੋ ਕਿ ਅਮੀਬਾ ਇੱਕ ਸੈਲੀ ਜੀਵ ਹੈ ਜਿਸ ਦੇ ਆਭਾਸੀ ਪੈਰ ਹੁੰਦੇ ਹਨ। ਅਮੀਬਾ ਜਿਹੜਾ ਹੈ ਉਹ ਸਰਬਹਾਰੀ ਜੀਵ ਹੈ। ਇਹ ਪਾਣੀ ਦੇ ਵਿੱਚ ਤੈਰਦੇ ਹੋਏ ਜੀਵਾਣੂਆਂ, ਸ਼ੈਵਾਲ ਅਤੇ ਸੂਖਮ ਜੀਵਾਂ ਨੂੰ ਭੋਜਨ ਦੇ ਤੌਰ ਤੇ ਵਰਤਦਾ ਹੈ। ਬੱਚਿਓ, ਅਮੀਬਾ ਆਪਣੇ ਆਭਾਸੀ ਪੈਰਾਂ ਦੇ ਰਾਹੀਂ ਭੋਜਨ ਦਾ ਅੰਤਰ ਗ੍ਰਹਿਣ ਕਰਦਾ ਹੈ, ਭਾਵ ਕਿ ਭੋਜਨ ਨੂੰ ਆਪਣੇ ਸਰੀਰ ਦੇ ਅੰਦਰ ਲੈ ਕੇ ਜਾਂਦਾ ਹੈ। ਇਸ ਵਿਧੀ ਨੂੰ ਅਸੀਂ ਫੈਗੋਸਾਈਟੋਸਿਸ ਵੀ ਆਖਦੇ ਹਾਂ। ਬੱਚਿਓ, ਤੁਹਾਨੂੰ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਕਈ ਵਾਰ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਉਸ ਵਿਧੀ ਦਾ ਨਾਂ ਦੱਸੋ ਜਿਸ ਰਾਹੀਂ ਅਮੀਬਾ ਆਪਣੇ ਭੋਜਨ ਨੂੰ ਆਪਣੇ ਸਰੀਰ ਦੇ ਅੰਦਰ ਆਪਣੇ ਆਭਾਸੀ ਪੈਰਾਂ ਰਾਹੀਂ ਲੈ ਕੇ ਜਾਂਦਾ ਹੈ। ਤਾਂ ਇਸ ਦਾ ਆਨਸਰ ਕੀ ਹੋਏਗਾ? ਜੀ ਹਾਂ, ਬਿਲਕੁਲ ਸਹੀ, ਫੈਗੋਸਾਈਟੋਸਿਸ। ਭੋਜਨ ਨੂੰ ਅੰਦਰ ਲੈ ਕੇ ਜਾਣ ਤੋਂ ਬਾਅਦ ਅਮੀਬਾ ਦੇ ਸੈੱਲ ਦੇ ਅੰਦਰ ਪਾਚਨ ਕਿਰਿਆ ਹੁੰਦੀ ਹੈ। ਇਸ ਕਰਕੇ ਇਸ ਕਿਰਿਆ ਨੂੰ ਅਸੀਂ ਅੰਤਰਕੋਸ਼ੀ ਪਾਚਨ ਕਿਰਿਆ ਵੀ ਆਖਦੇ ਹਾਂ। ਬੱਚੇ, ਨੈਕਸਟ ਪ੍ਰੋਸੈਸ ਹੁੰਦਾ ਹੈ ਪਚੇ ਹੋਏ ਭੋਜਨ ਦਾ ਸੋਖਿਆ ਜਾਣਾ, ਭਾਵ ਕਿ ਜਿਹੜਾ ਭੋਜਨ ਪਚ ਗਿਆ ਹੈ ਹੁਣ ਉਹ ਅਮੀਬਾ ਦੇ ਸੈੱਲ ਪਦਾਰਥ ਦੇ ਵਿੱਚ ਸੋਖਿਆ ਜਾਏਗਾ ਤਾਂ ਕਿ ਬਾਅਦ ਦੇ ਵਿੱਚ ਉਸ ਨੂੰ ਯੂਜ਼ ਕੀਤਾ ਜਾ ਸਕੇ। ਇਸ ਵਿਧੀ ਨੂੰ ਅਸੀਂ ਆਖਦੇ ਹਾਂ ਅਵਸ਼ੋਸ਼ਣ। ਨੈਕਸਟ ਕੁਐਸਚਨ, ਨੈਕਸਟ ਟੌਪਿਕ ਹੈ ਜਿਹੜਾ ਉਹ ਹੈ ਮਲ ਤਿਆਗ, ਯਾਨੀ ਕਿ ਨੈਕਸਟ ਕਿਰਿਆ ਹੈ ਮਲ ਤਿਆਗ। ਇਸ ਦੇ ਵਿੱਚ ਅਣਪਚਿਆ ਜਿਹੜਾ ਭੋਜਨ ਹੈ ਉਹ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਆਪਣੇ ਆਭਾਸੀ ਪੈਰਾਂ ਦੇ ਰਾਹੀਂ ਹੀ, ਭਾਵ ਕਿ ਅਮੀਬਾ ਦੇ ਵਿੱਚ ਅੰਤਰਗ੍ਰਹਿਣ, ਪਾਚਨ, ਅਵਸ਼ੋਸ਼ਣ ਅਤੇ ਮਲ ਤਿਆਗ ਕਿਰਿਆ ਦੇ ਰਾਹੀਂ ਪੋਸ਼ਣ ਕਿਰਿਆ ਜਿਹੜੀ ਹੈ ਉਹ ਕੰਪਲੀਟ ਹੁੰਦੀ ਹੈ। ਨੈਕਸਟ ਕੁਐਸਚਨ, ਪੌਦੇ ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਕੱਚੀ ਸਮੱਗਰੀ ਕਿੱਥੋਂ ਲੈਂਦੇ ਹਨ? ਸਾਨੂੰ ਪਤਾ ਹੈ ਕਿ ਜਿਹੜੇ ਪੌਦੇ ਨੇ ਉਹਨਾਂ ਦੇ ਵਿੱਚ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੇ ਰਾਹੀਂ ਉਹ ਸਵੈ ਪੋਸ਼ੀ ਪੋਸ਼ਣ ਕਰਦੇ ਹਨ, ਭਾਵ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਤਾਂ ਇਸ ਕਿਰਿਆ ਦੇ ਲਈ ਉਹਨਾਂ ਦੀ ਜਿਹੜੀ ਜ਼ਰੂਰੀ ਕੱਚੀ ਸਮੱਗਰੀ ਹੈ ਉਹ ਕਿੱਥੋਂ ਪ੍ਰਾਪਤ ਕਰਦੇ ਹਨ? ਸਾਨੂੰ ਪਤਾ ਹੈ ਕਿ ਜਿਹੜੀ ਪ੍ਰਕਾਸ਼ ਸੰਸਲੇਸ਼ਣ ਕਿਰਿਆ ਹੈ ਇਸ ਦੇ ਵਿੱਚ ਪੌਦਿਆਂ ਨੂੰ ਕਾਰਬਨ ਡਾਈਆਕਸਾਈਡ, ਪਾਣੀ, ਕਲੋਰੋਫਿਲ, ਸੂਰਜ ਦੀ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ। ਇਸ ਕਿਰਿਆ ਦੇ ਲਈ ਪੌਦੇ ਕਾਰਬਨ ਡਾਈਆਕਸਾਈਡ ਵਾਯੂਮੰਡਲ ਦੇ ਵਿੱਚੋਂ ਅਤੇ ਪਾਣੀ ਨੂੰ ਆਪਣੀਆਂ ਜੜ੍ਹਾਂ ਰਾਹੀਂ ਧਰਤੀ ਦੇ ਵਿੱਚੋਂ ਪ੍ਰਾਪਤ ਕਰਦੇ ਹਨ। ਕਲੋਰੋਫਿਲ ਉਹਨਾਂ ਦੇ ਵਿੱਚ ਪੱਤਿਆਂ ਦੇ ਵਿੱਚ ਮੌਜੂਦ ਹੁੰਦਾ ਹੈ, ਜਦੋਂ ਕਿ ਸੂਰਜ ਦੀ ਰੋਸ਼ਨੀ ਨੂੰ ਉਹ ਸੂਰਜ ਤੋਂ ਪ੍ਰਾਪਤ ਕਰਦੇ ਹਨ। ਨੈਕਸਟ ਕੁਐਸਚਨ,
ਭੋਜਨ ਦੇ ਪਾਚਨ ਦੇ ਵਿੱਚ ਲਾਰ ਦੀ ਕੀ ਮਹੱਤਤਾ ਹੈ? ਬੱਚਿਓ, ਜਦੋਂ ਭੋਜਨ ਅਸੀਂ ਮੂੰਹ ਦੇ ਵਿੱਚ ਦਾਖਲ ਕਰਦੇ ਹਾਂ ਤਾਂ ਉਹ ਮੂੰਹ ਖੋੜ ਦੇ ਵਿੱਚ ਜਾਂਦਾ ਹੈ। ਮੂੰਹ ਖੋੜ ਦੇ ਵਿੱਚ ਦੰਦ ਅਤੇ 3 ਜੋੜੀ ਲਾਰ ਗ੍ਰੰਥੀਆਂ ਜਿਹੜੀਆਂ ਨੇ ਉਹ ਭੋਜਨ ਦੇ ਪਾਚਨ ਦੇ ਵਿੱਚ ਸਹਾਇਤਾ ਕਰਦੀਆਂ ਹਨ। ਲਾਰ ਗ੍ਰੰਥੀਆਂ ਇੱਕ ਰਸ ਪੈਦਾ ਕਰਦੀਆਂ ਹਨ ਜਿਸ ਨੂੰ ਅਸੀਂ ਲਾਰ ਆਖਦੇ ਹਾਂ। ਲਾਰ ਦੇ ਵਿੱਚ ਅਮਾਈਲੇਸ ਨਾਮ ਦਾ ਇੱਕ ਐਂਜ਼ਾਈਮ ਹੁੰਦਾ ਹੈ ਜੋ ਕਾਰਬੋਹਾਈਡਰੇਟ ਦਾ ਪਾਚਨ ਕਰਦਾ ਹੈ। ਲਾਰ ਮੂੰਹ ਖੋੜ ਨੂੰ ਵੀ ਸਾਫ਼ ਰੱਖਦੀ ਹੈ। ਇਸ ਤੋਂ ਇਲਾਵਾ ਭੋਜਨ ਨੂੰ ਚਿਕਨਾ ਅਤੇ ਮੁਲਾਇਮ ਵੀ ਬਣਾਉਂਦੀ ਹੈ। ਬੱਚਿਓ, ਮੂੰਹ ਖੋੜ ਦੇ ਵਿੱਚ ਇਹ ਚਿਕਨਾਈ ਵੀ ਪੈਦਾ ਕਰਦੀ ਹੈ ਜਿਸ ਦੇ ਨਾਲ ਸਾਨੂੰ ਬੋਲਣ ਦੇ ਵਿੱਚ ਸਹਾਇਤਾ ਮਿਲਦੀ ਹੈ। ਨੈਕਸਟ ਕੁਐਸਚਨ, ਐਗਜ਼ਾਮੀਨੇਸ਼ਨ ਪੁਆਇੰਟ ਆਫ View ਤੋਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਭੋਜਨ ਦੇ ਪਾਚਨ ਦੇ ਵਿੱਚ ਤੇਜ਼ਾਬ ਦੀ ਕੀ ਮਹੱਤਤਾ ਹੈ? ਬੱਚਿਓ, ਮਨੁੱਖਾਂ ਦੇ ਮਿਹਦੇ ਦੇ ਵਿੱਚ ਜ਼ਫਰ ਨਾਮ ਦੀਆਂ ਗ੍ਰੰਥੀਆਂ ਹੁੰਦੀਆਂ ਨੇ ਜਿਹੜੀਆਂ ਕਿ ਇੱਕ ਤੇਜ਼ਾਬ ਬਣਾਉਂਦੀਆਂ ਨੇ ਜਿਸ ਦਾ ਨਾਮ ਹੈ ਹਾਈਡਰੋਕਲੋਰਿਕ ਤੇਜ਼ਾਬ। ਮਿਹਦੇ ਦੇ ਵਿੱਚ ਇਹ ਤੇਜ਼ਾਬ ਤੇਜ਼ਾਬੀ ਮਾਧਿਅਮ ਤਿਆਰ ਕਰਦਾ ਹੈ ਜੋ ਕਿ ਪੈਪਸਿਨ ਐਂਜ਼ਾਈਮ ਦੀ ਕਿਰਿਆ ਦੇ ਵਿੱਚ ਸਹਾਇਤਾ ਕਰਦਾ ਹੈ। ਇਹ ਭੋਜਨ ਨੂੰ ਸੜਨ ਤੋਂ ਰੋਕਦਾ ਹੈ ਅਤੇ ਇਹ ਤੇਜ਼ਾਬ ਭੋਜਨ ਵਿਚਲੇ ਕੈਲਸ਼ੀਅਮ ਨੂੰ ਮੁਲਾਇਮ ਵੀ ਬਣਾਉਂਦਾ ਹੈ। ਇਹ ਭੋਜਨ ਦੇ ਨਾਲ ਆਏ ਜੀਵਾਣੂਆਂ ਨੂੰ ਵੀ ਨਸ਼ਟ ਕਰਦਾ ਹੈ ਅਤੇ ਪਾਇਲੋਰਿਕ ਛੇਦ ਦੇ ਖੁੱਲਣ ਅਤੇ ਬੰਦ ਹੋਣ ਤੇ ਵੀ ਕੰਟਰੋਲ ਕਰਦਾ ਹੈ। ਬੱਚਿਓ, ਨੈਕਸਟ ਕੁਐਸਚਨ ਹੈ, ਸਾਡੇ ਸਰੀਰ ਦੇ ਵਿੱਚ ਚਰਬੀ ਦਾ ਪਾਚਨ ਕਿਵੇਂ ਹੁੰਦਾ ਹੈ? ਜਦੋਂ ਭੋਜਨ ਮਿਹਦੇ ਤੋਂ ਛੋਟੀ ਆਂਦਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਤੇਜ਼ਾਬੀ ਅਤੇ ਅਧਪਚੀ ਫਾਰਮ ਦੇ ਵਿੱਚ ਹੁੰਦਾ ਹੈ। ਛੋਟੀ ਆਂਦਰ ਦੇ ਇਸ ਭਾਗ ਦੇ ਵਿੱਚ ਭੋਜਨ ਨੂੰ 2 ਰਸ ਪ੍ਰਾਪਤ ਹੁੰਦੇ ਹਨ। ਪਹਿਲਾ ਰਸ ਜਿਗਰ ਤੋਂ ਪਿੱਤ ਰਸ ਅਤੇ ਦੂਜਾ ਲੁਬਾ ਤੋਂ ਅਗਨਾਸੀ ਰਸ। ਜਿਹੜਾ ਭਾਗ ਜਿਗਰ ਤੋਂ ਪਿੱਤ ਰਸ ਪ੍ਰਾਪਤ ਕਰਦਾ ਹੈ ਉਸ ਦਾ ਕੰਮ ਹੁੰਦਾ ਹੈ ਭੋਜਨ ਨੂੰ ਖਾਰੀ ਬਣਾਉਣਾ। ਇਹ ਚਰਬੀ ਦੀਆਂ ਵੱਡੀਆਂ ਗੋਲਿਕਾਵਾਂ ਨੂੰ ਛੋਟੀਆਂ ਗੋਲਿਕਾਵਾਂ ਦੇ ਵਿੱਚ ਤੋੜ ਦਿੰਦਾ ਹੈ। ਜਦੋਂ ਕਿ ਲੁਬਾ ਤੋਂ ਪ੍ਰਾਪਤ ਅਗਨਾਸੀ ਰਸ ਦੇ ਵਿੱਚ ਲਾਈਪੇਜ਼ ਨਾਮ ਦਾ ਇੱਕ ਐਂਜ਼ਾਈਮ ਹੁੰਦਾ ਹੈ। ਇਹ ਐਂਜ਼ਾਈਮ ਚਰਬੀ ਦੀਆਂ ਛੋਟੀਆਂ ਗੋਲਿਕਾਵਾਂ ਦਾ ਪਾਚਨ ਕਰਕੇ ਉਹਨਾਂ ਨੂੰ ਵਸਾ ਅਮਲ ਭਾਵ ਫੈਟੀ ਐਸਿਡਸ ਅਤੇ ਗਲਿਸਰੋਲ ਦੇ ਵਿੱਚ ਬਦਲ ਦਿੰਦਾ ਹੈ। ਨੈਕਸਟ ਕੁਐਸਚਨ, ਪਚੇ ਹੋਏ ਭੋਜਨ ਨੂੰ ਜਜ਼ਬ ਕਰਨ ਦੇ ਲਈ ਛੋਟੀ ਆਂਦਰ ਨੂੰ ਕਿਵੇਂ ਡਿਜ਼ਾਈਨ ਕੀਤਾ ਗਿਆ ਹੈ? ਬੱਚਿਓ, ਪਚੇ ਹੋਏ ਭੋਜਨ ਨੂੰ ਛੋਟੀ ਆਂਦਰ ਦੀ ਜਿਹੜੀ ਅੰਦਰੂਨੀ ਭਿੱਤੀ ਹੈ, ਅੰਦਰੂਨੀ ਕੰਧ ਹੈ, ਉਹ ਸੋਖ ਲੈਂਦੀ ਹੈ ਤੇ ਇਸ ਕੰਮ ਦੇ ਲਈ ਛੋਟੀ ਆਂਦਰ ਦੀ ਅੰਦਰੂਨੀ ਦੀਵਾਰ ਦੇ ਵਿੱਚ ਕਈ ਉਂਗਲੀ ਵਰਗੇ ਉਭਾਰ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਦੀਰਘਰੋਮ ਕਹਿੰਦੇ ਹਾਂ। ਇਹਨਾਂ ਦੀਰਘਰੋਮਾਂ ਦਾ ਕੰਮ ਕੀ ਹੈ ਕਿ ਇਹ ਦੀਰਘਰੋਮ ਭੋਜਨ ਦੇ ਸੋਖਣ ਦੇ ਖੇਤਰਫਲ ਨੂੰ ਵਧਾ ਦਿੰਦੇ ਹਨ। ਇਸ ਤੋਂ ਇਲਾਵਾ ਛੋਟੀ ਆਂਦਰ ਦੀ ਅੰਦਰੂਨੀ ਭਿੱਤੀ ਦੇ ਵਿੱਚ ਦੀਰਘਰੋਮਾਂ ਦੇ ਵਿੱਚ ਲਹੂ ਵਹਿਣੀਆਂ ਦੀ ਬਹੁਤਾਤ ਹੁੰਦੀ ਹੈ ਜਿਸ ਦੇ ਨਾਲ ਭੋਜਨ ਦਾ ਸੋਖਣ ਕਰਕੇ ਭੋਜਨ ਨੂੰ ਸਰੀਰ ਦੇ ਸਾਰੇ ਸੈੱਲਾਂ ਤੱਕ ਪਹੁੰਚਾਉਣ ਦਾ ਕੰਮ ਖੂਨ ਦੀਆਂ ਨਾਲੀਆਂ ਦੁਆਰਾ ਕੀਤਾ ਜਾਂਦਾ ਹੈ। ਨੈਕਸਟ, ਬਹੁਤ ਹੀ ਇੰਪੋਰਟੈਂਟ ਕੁਐਸਚਨ, ਪਾਚਕ ਐਂਜ਼ਾਈਮਾਂ ਦਾ ਕੀ ਕਾਰਜ ਹੈ? ਬੱਚਿਓ, ਪਾਚਕ ਐਂਜ਼ਾਈਮ ਜੈਵ ਉਤਪ੍ਰੇਰਕ ਹੁੰਦੇ ਹਨ ਜਿਹੜੇ ਕਿ ਗੁੰਝਲਦਾਰ ਪਦਾਰਥਾਂ ਨੂੰ ਸਰਲ ਪਦਾਰਥਾਂ ਦੇ ਵਿੱਚ ਬਦਲ ਦਿੰਦੇ ਹਨ। ਅਸੀਂ ਭੋਜਨ ਦੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ ਨੂੰ ਭੋਜਨ ਦੇ ਅੰਸ਼ਾਂ ਦੇ ਤੌਰ ਤੇ ਵਰਤਦੇ ਹਾਂ। ਤਾਂ ਆਓ ਇੱਕ ਵੀਡੀਓ ਰਾਹੀਂ ਵੇਖਦੇ ਹਾਂ ਕਿ ਇਹਨਾਂ ਅੰਸ਼ਾਂ ਦਾ ਭੋਜਨ ਕਿਵੇਂ ਹੁੰਦਾ ਹੈ। ਬੱਚੇ, ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਇਹ ਭੋਜਨ ਮੂੰਹ ਖੋੜ ਤੋਂ ਹੁੰਦਾ ਹੋਇਆ ਸਾਡੇ ਮਿਹਦੇ ਦੇ ਵਿੱਚ ਦਾਖਲ ਹੁੰਦਾ ਹੈ। ਮੂੰਹ ਖੋੜ ਦੇ ਵਿੱਚ ਇਸ ਨੂੰ 3 ਜੋੜੀ ਲਾਰ ਗ੍ਰੰਥੀਆਂ ਤੋਂ ਲਾਰ ਪ੍ਰਾਪਤ ਹੁੰਦੀ ਹੈ ਭਾਵ ਲਾਰ ਇੱਕ ਰਸ ਹੈ ਜਿਹੜਾ ਇਹਨਾਂ ਤੋਂ ਪ੍ਰਾਪਤ ਹੁੰਦਾ ਹੈ। ਇਸ ਲਾਰ ਦੇ ਵਿੱਚ ਅਮਾਈਲੇਸ ਨਾਮ ਦਾ ਇੱਕ ਐਂਜ਼ਾਈਮ ਹੁੰਦਾ ਹੈ ਜਿਹੜਾ ਕਿ ਕਾਰਬੋਹਾਈਡਰੇਟ ਦਾ ਪਾਚਨ ਕਰਦਾ ਹੈ। ਜਦੋਂ ਇਹ ਭੋਜਨ ਨਾਲੀ ਤੋਂ ਹੁੰਦਾ ਹੋਇਆ ਮਿਹਦੇ ਤੱਕ ਜਾਂਦਾ ਹੈ ਤਾਂ ਮਿਹਦੇ ਦੇ ਵਿੱਚ ਇਸ ਨੂੰ ਪੈਪਸਿਨ ਨਾਮ ਦਾ ਇੱਕ ਐਂਜ਼ਾਈਮ ਮਿਲਦਾ ਹੈ ਜਿਹੜਾ ਕਿ ਪ੍ਰੋਟੀਨ ਦਾ ਪਾਚਨ ਕਰਦਾ ਹੈ। ਭਾਵ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਇੱਥੋਂ ਤੱਕ ਪਹੁੰਚਣ ਤੱਕ, ਮਿਹਦੇ ਤੱਕ ਪਹੁੰਚਣ ਤੱਕ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਦਾ ਜਿਹੜਾ ਪਾਚਨ ਹੈ ਉਹ ਸ਼ੁਰੂ ਹੋ ਚੁੱਕਾ ਹੁੰਦਾ ਹੈ। ਇਸ ਤੋਂ ਬਾਅਦ ਜਿਹੜਾ ਭੋਜਨ ਹੈ ਉਹ ਦਾਖਲ ਹੁੰਦਾ ਹੈ ਛੋਟੀ ਆਂਦਰ ਦੇ ਮੁੱਢਲੇ ਭਾਗ ਦੇ ਵਿੱਚ ਜਿੱਥੇ ਇਸ ਨੂੰ ਲੂਬਾ ਤੋਂ ਅਗਨਾਸੀ ਰਸ ਅਤੇ ਜਿਗਰ ਤੋਂ ਪਿੱਤ ਰਸ ਪ੍ਰਾਪਤ ਹੁੰਦਾ ਹੈ। ਇਸ ਭਾਗ ਦੇ ਵਿੱਚ ਕਿਉਂਕਿ ਭੋਜਨ ਨੂੰ 2 ਰਸ ਪ੍ਰਾਪਤ ਹੁੰਦੇ ਹਨ ਤਾਂ ਇਹ ਰਸ ਇਸ ਨੂੰ ਖਾਰੀ ਬਣਾਉਂਦੇ ਹਨ। ਇਹਨਾਂ ਦੇ ਵਿੱਚ ਟ੍ਰਿਪਸਿਨੋਜਨ, ਕਾਈਮੋਟ੍ਰਿਪਸਿਨੋਜਨ, ਇਲਾਸਟੇਸ
ਕਾਰਬੋਕਸੀ ਪੈਪਟਾਈਡੇਜ਼, ਪੈਨਕ੍ਰੀਆਟਿਕ ਲਾਈਪੇਜ਼ ਤੇ ਨਿਊਕਲੀਅਸ ਵਰਗੇ ਜਿਹੜੇ ਨੇ ਐਂਜ਼ਾਈਮ ਹੁੰਦੇ ਹਨ ਜਿਹੜੇ ਇਸ ਦੇ ਵਿੱਚ ਪਾਚਨ ਕਰਦੇ ਹਨ। ਇਸ ਤੋਂ ਬਾਅਦ ਭੋਜਨ ਜਿਹੜਾ ਦਾਖਲ ਹੁੰਦਾ ਹੈ ਛੋਟੀ ਆਂਦਰ ਦੇ ਅੰਤਲੇ ਭਾਗ ਦੇ ਵਿੱਚ, ਜਿੱਥੇ ਭੋਜਨ ਦਾ ਜਿਹੜਾ ਪਾਚਨ ਹੈ ਉਹ ਵੱਖ-ਵੱਖ ਐਂਜ਼ਾਈਮਾਂ ਰਾਹੀਂ ਹੁੰਦਾ ਹੈ। ਤੇ ਇਹ ਐਂਜ਼ਾਈਮ ਕਿਹੜੇ ਨੇ? ਰਿਪਸਿਨ, ਮਾਲਟੇਜ਼, ਲੈਕਟੇਜ਼ ਤੇ ਸੁਕਰੇਜ਼। ਇਹਨਾਂ ਦੇ ਵਿੱਚੋਂ ਜਿਹੜਾ ਲੈਕਟੇਜ਼ ਐਂਜ਼ਾਈਮ ਹੈ ਉਹ ਦੁੱਧ ਵਿਚਲੇ ਲੈਕਟੋਜ਼ ਦਾ ਜਿਹੜਾ ਹੈ ਉਹ ਪਾਚਨ ਕਰਦਾ ਹੈ। ਜੀ ਨੈਕਸਟ ਜੈਵਿਕ ਕਿਰਿਆ ਹੈ ਸਾਹ ਕਿਰਿਆ। ਸਾਹ ਕਿਰਿਆ ਕੀ ਹੈ? ਉਹ ਜੈਵ ਰਸਾਇਣਿਕ ਪ੍ਰਕਿਰਿਆ ਜਿਸ ਦੇ ਵਿੱਚ ਹਜਮ ਹੋਏ ਭੋਜਨ ਭਾਵ ਜਿਹੜਾ ਗਲੂਕੋਜ਼ ਬਣਿਆ ਹੈ ਉਸ ਦਾ ਸੈੱਲਾਂ ਦੇ ਅੰਦਰ ਆਕਸੀਕਰਨ ਹੋਣ ਤੋਂ ਬਾਅਦ ਊਰਜਾ ਤੇ ਕਾਰਬਨ ਡਾਈਆਕਸਾਈਡ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਸਾਹ ਕਿਰਿਆ ਦੇ ਵੀ ਮੁੱਖ ਰੂਪ ਦੇ ਵਿੱਚ ਦੋ ਤਰ੍ਹਾਂ ਦੀ ਹੁੰਦੀ ਹੈ, ਆਕਸੀ ਸਾਹ ਕਿਰਿਆ ਅਤੇ ਅਣਆਕਸੀ ਸਾਹ ਕਿਰਿਆ। ਹਾਂਜੀ ਬੱਚਿਓ, ਨੈਕਸਟ ਕੁਐਸਚਨ। ਹੁਣ ਅਸੀਂ ਗੱਲ ਕੀਤੀ ਹੈ ਕਿ ਜਿਹੜਾ ਅਸੀਂ ਭੋਜਨ ਖਾਂਦੇ ਹਾਂ ਉਹ ਗਲੂਕੋਜ਼ ਦੇ ਵਿੱਚ ਪਾਚਨ ਤੋਂ ਬਾਅਦ ਕਨਵਰਟ ਹੋ ਜਾਂਦਾ ਹੈ ਤੇ ਉਸ ਗਲੂਕੋਜ਼ ਦਾ ਜਦੋਂ ਆਕਸੀਜਨ ਦੇ ਨਾਲ ਕਿਰਿਆ ਹੁੰਦੀ ਹੈ ਤਾਂ ਸਾਨੂੰ ਕਈ ਤਰ੍ਹਾਂ ਦੇ ਪਦਾਰਥ ਪੈਦਾ ਹੁੰਦੇ ਹਨ। ਤਾਂ ਜੀਵਾਂ ਦੇ ਵਿੱਚ ਗਲੂਕੋਜ਼ ਦੇ ਆਕਸੀਕਰਨ ਤੋਂ ਊਰਜਾ ਪ੍ਰਾਪਤ ਕਰਨ ਦੇ ਭਿੰਨ-ਭਿੰਨ ਪਥ ਕੀ ਹਨ? ਭਿੰਨ-ਭਿੰਨ ਰਸਤੇ ਕੀ ਹਨ? ਬੱਚਿਓ, ਗਲੂਕੋਜ਼ ਇੱਕ 6 ਕਾਰਬਨ ਪਰਮਾਣੂਆਂ ਵਾਲਾ ਅਣੂ ਹੈ। ਜਦੋਂ ਇਹ ਸੈੱਲ ਦੇ ਸਾਈਟੋਪਲਾਜ਼ਮ ਦੇ ਵਿੱਚ ਜਾਂਦਾ ਹੈ ਤਾਂ ਇਹ 3 ਕਾਰਬਨ ਪਰਮਾਣੂਆਂ ਵਾਲੇ ਪਾਇਰੂਵੇਟ ਦੇ ਵਿੱਚ ਚੇਂਜ ਹੋ ਜਾਂਦਾ ਹੈ। ਹੁਣ ਜੇਕਰ ਸੈੱਲ ਦੇ ਅੰਦਰ ਆਕਸੀਜਨ ਦੀ ਮੌਜੂਦਗੀ ਹੈ ਤਾਂ ਇਹ ਪਾਇਰੂਵੇਟ ਮਾਈਟੋਕੌਂਡਰੀਆ ਦੇ ਵਿੱਚ ਜਾ ਕੇ ਇਸ ਦਾ ਆਕਸੀਜਨ ਦੇ ਨਾਲ ਆਕਸੀਕਰਨ ਹੁੰਦਾ ਹੈ ਅਤੇ ਕਾਰਬਨ ਡਾਈਆਕਸਾਈਡ, ਪਾਣੀ ਤੇ ATP ਦੇ ਰੂਪ ਦੇ ਵਿੱਚ ਊਰਜਾ ਮੁਕਤ ਹੋ ਜਾਂਦੀ ਹੈ। ਇਸ ਕਿਰਿਆ ਨੂੰ ਅਸੀਂ ਆਕਸੀ ਸਾਹ ਕਿਰਿਆ ਆਖਦੇ ਹਾਂ। ਪਰੰਤੂ ਜੇਕਰ ਆਕਸੀਜਨ ਦੀ ਕਮੀ ਹੈ ਤਾਂ ਇਸ ਪਾਇਰੂਵੇਟ ਦਾ ਵਿਖੰਡਨ ਲੈਕਟਿਕ ਐਸਿਡ ਦੇ ਵਿੱਚ ਹੋ ਜਾਂਦਾ ਹੈ। ਜੇਕਰ ਆਕਸੀਜਨ ਦੀ ਅਣਹੋਂਦ ਹੋਵੇ ਭਾਵ ਬਿਲਕੁਲ ਆਕਸੀਜਨ ਨਾ ਹੋਵੇ ਜਿਵੇਂ ਕਿ ਯੀਸਟ ਦੇ ਵਿੱਚ, ਤਾਂ ਪਾਇਰੂਵੇਟ ਦਾ ਵਿਖੰਡਨ ਈਥੇਨੋਲ ਅਤੇ ਕਾਰਬਨ ਡਾਈਆਕਸਾਈਡ ਦੇ ਵਿੱਚ ਹੁੰਦਾ ਹੈ ਭਾਵ ਇਥਾਈਲ ਐਲਕੋਹਲ ਅਤੇ ਕਾਰਬਨ ਡਾਈਆਕਸਾਈਡ ਬਣਦੀ ਹੈ। ਇਸ ਕਿਰਿਆ ਨੂੰ ਅਸੀਂ ਅਣਆਕਸੀ ਸਾਹ ਕਿਰਿਆ ਵੀ ਆਖਦੇ ਹਾਂ। ਹਾਂਜੀ, ਨੈਕਸਟ ਇਸ ਲੈਸਨ ਦਾ ਬਹੁਤ ਹੀ ਇੰਪੋਰਟੈਂਟ ਕੁਐਸਚਨ, ਆਕਸੀ ਅਤੇ ਅਣਆਕਸੀ ਸਾਹ ਕਿਰਿਆ ਦੇ ਵਿੱਚ ਕੀ ਡਿਫਰੈਂਸ ਹੈ, ਕੀ ਅੰਤਰ ਹੈ? ਬੱਚਿਓ, ਆਕਸੀ ਸਾਹ ਕਿਰਿਆ ਆਕਸੀਜਨ ਦੀ ਮੌਜੂਦਗੀ ਦੇ ਵਿੱਚ ਹੁੰਦੀ ਹੈ, ਜਦੋਂ ਕਿ ਅਣਆਕਸੀ ਸਾਹ ਕਿਰਿਆ ਆਕਸੀਜਨ ਦੀ ਗੈਰ ਮੌਜੂਦਗੀ ਦੇ ਵਿੱਚ ਹੁੰਦੀ ਹੈ। ਆਕਸੀ ਸਾਹ ਕਿਰਿਆ ਦੇ ਵਿੱਚ ਗਲੂਕੋਜ਼ ਦਾ ਪੂਰੀ ਤਰ੍ਹਾਂ ਦੇ ਨਾਲ ਆਕਸੀਕਰਨ ਹੁੰਦਾ ਹੈ ਅਤੇ ਆਕਸੀਕਰਨ ਤੋਂ ਬਾਅਦ ਕਾਰਬਨ ਡਾਈਆਕਸਾਈਡ ਅਤੇ ਪਾਣੀ ਪੈਦਾ ਹੁੰਦੇ ਹਨ। ਪਰੰਤੂ ਅਣਆਕਸੀ ਸਾਹ ਕਿਰਿਆ ਦੇ ਵਿੱਚ ਆਕਸੀਜਨ ਦਾ ਗਲੂਕੋਜ਼ ਦਾ ਪੂਰੀ ਤਰ੍ਹਾਂ ਆਕਸੀਕਰਨ ਨਹੀਂ ਹੁੰਦਾ ਅਤੇ ਇਸ ਕਿਰਿਆ ਤੋਂ ਬਾਅਦ ਇਥਾਈਲ ਐਲਕੋਹਲ ਅਤੇ ਕਾਰਬਨ ਡਾਈਆਕਸਾਈਡ ਬਣਦੇ ਹਨ। ਆਕਸੀ ਸਾਹ ਕਿਰਿਆ ਦੇ ਵਿੱਚ ਗਲੂਕੋਜ਼ ਦੇ ਇੱਕ ਅਣੂ ਤੋਂ 38 ATP ਮੁਕਤ ਹੁੰਦੇ ਹਨ, ਜਦੋਂ ਕਿ ਅਣਆਕਸੀ ਸਾਹ ਕਿਰਿਆ ਦੇ ਵਿੱਚ ਗਲੂਕੋਜ਼ ਦੇ ਇੱਕ ਅਣੂ ਤੋਂ ਸਿਰਫ 2 ATP ਜਿਹੜੇ ਨੇ ਉਹ ਮੁਕਤ ਹੁੰਦੇ ਹਨ। ਆਕਸੀ ਸਾਹ ਕਿਰਿਆ ਦੇ ਵਿੱਚ ਜਿਹੜੀ ਆਕਸੀ ਸਾਹ ਕਿਰਿਆ ਉਹ ਸੈੱਲ ਦੇ ਸਾਈਟੋਪਲਾਜ਼ਮ ਤੇ ਮਾਈਟੋਕੌਂਡਰੀਆ ਦੋਵਾਂ ਦੇ ਵਿੱਚ ਹੁੰਦੀ ਹੈ, ਜਦੋਂ ਕਿ ਅਣਆਕਸੀ ਸਾਹ ਕਿਰਿਆ ਸਿਰਫ ਸੈੱਲ ਦੇ ਸੈੱਲ ਪਦਾਰਥ ਦੇ ਵਿੱਚ ਕੰਪਲੀਟ ਹੁੰਦੀ ਹੈ। ਤਾਂ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਇਸ ਦੇ ਸਾਰੇ ਪੁਆਇੰਟਸ ਤੁਸੀਂ ਚੰਗੀ ਤਰ੍ਹਾਂ ਲਰਨ ਕਰਨੇ ਹਨ। ਨੈਕਸਟ ਕੁਐਸਚਨ, ਗੈਸਾਂ ਦੇ ਵਟਾਂਦਰੇ ਲਈ ਵਧੇਰੇ ਖੇਤਰਫਲ ਪ੍ਰਾਪਤ ਕਰਨ ਦੇ ਲਈ ਮਨੁੱਖੀ ਫੇਫੜਿਆਂ ਦੀ ਬਣਤਰ ਦੇ ਵਿੱਚ ਕੀ ਖਾਸ ਗੁਣ ਹੈ? ਬੱਚਿਓ, ਫੇਫੜਿਆਂ ਦੇ ਅੰਦਰ ਜਿਹੜੀ ਵਿੰਡ ਪਾਈਪ ਹੈ, ਟ੍ਰੇਕੀਆ ਹੈ, ਇਹ ਮਾਰਗ ਛੋਟਾ ਯਾਨੀ ਕਿ ਬਰੀਕ ਤੋਂ ਹੋਰ ਬਰੀਕ ਹੁੰਦਾ ਹੋਇਆ ਬਰੀਕ ਨਾਲੀਆਂ ਦੇ ਵਿੱਚ ਵੰਡਿਆ ਜਾਂਦਾ ਹੈ ਅਤੇ ਇਹ ਬਰੀਕ ਨਾਲੀਆਂ ਅੰਤ ਦੇ ਵਿੱਚ ਗੁਬਾਰੇ ਵਰਗੀ ਰਚਨਾਵਾਂ ਦੇ ਵਿੱਚ ਜਾ ਕੇ ਸਮਾਪਤ ਹੁੰਦੀਆਂ ਹਨ। ਇਹਨਾਂ ਗੁਬਾਰੇ ਵਰਗੀ ਰਚਨਾਵਾਂ ਨੂੰ ਅਸੀਂ ਐਲਵੋਲਾਈ ਜਾਂ ਫਿਰ ਹਵਾ ਥੈਲੀਆਂ ਕਹਿੰਦੇ ਹਾਂ। ਐਲਵੋਲਾਈ ਇੱਕ ਸਤਹ ਉਪਲਬਧ ਕਰਾਉਂਦੀ ਹੈ ਜਿਸ ਦੇ ਵਿੱਚ ਗੈਸਾਂ ਦਾ ਆਦਾਨ ਪ੍ਰਦਾਨ ਭਾਵ ਅਦਲਾ ਬਦਲੀ ਹੋ ਸਕਦੀ ਹੈ। ਐਲਵੋਲਾਈ ਦੀ ਕੰਧ ਦੇ ਵਿੱਚ ਲਹੂ ਵਹਿਣੀਆਂ ਦੀ ਬਹੁਤਾਤ ਹੁੰਦੀ ਹੈ, ਇੱਕ ਵਿਸਤ੍ਰਿਤ ਜਾਲ ਫੈਲਿਆ ਹੁੰਦਾ ਹੈ, ਜਿਵੇਂ ਕਿ ਤੁਸੀਂ ਡਾਇਗ੍ਰਾਮ ਦੇ ਵਿੱਚ ਵੀ ਦੇਖ ਸਕਦੇ ਹੋ। ਨੈਕਸਟ ਕੁਐਸਚਨ, ਐਲਵੋਲਾਈ ਦੇ ਵਿੱਚ ਗੈਸਾਂ ਦਾ ਵਟਾਂਦਰਾ ਕਿਸ ਤਰ੍ਹਾਂ ਹੁੰਦਾ ਹੈ? ਬੱਚਿਓ, ਇਹ ਵੀ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਐਗਜ਼ਾਮਸ ਦੇ ਪੁਆਇੰਟ ਆਫ ਵਿਊ ਤੋਂ। ਐਲਵੋਲਾਈ ਦੇ ਵਿੱਚ ਗੈਸਾਂ ਦਾ ਭਾਵ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਆਦਾਨ ਪ੍ਰਦਾਨ ਹੁੰਦਾ ਹੈ। ਲਹੂ ਜਿਹੜਾ ਹੈ ਉਹ ਪੂਰੇ ਸਰੀਰ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਐਲਵੋਲਾਈ ਦੇ ਵਿੱਚ ਲੈ ਕੇ ਆਉਂਦਾ ਹੈ ਛੱਡਣ ਦੇ ਲਈ
ਅਤੇ ਲਹੂ ਐਲਵੋਲਾਈ ਵਿਚਲੀ ਹਵਾ ਦੇ ਵਿੱਚੋਂ ਆਕਸੀਜਨ ਨੂੰ ਲਹੂ ਵਹਿਣੀਆਂ ਦੇ ਵਿੱਚ ਵਾਪਸ ਲੈ ਕੇ ਜਾਂਦਾ ਹੈ, ਜਿਹੜਾ ਕਿ ਸਰੀਰ ਦੇ ਸਾਰੇ ਸੈੱਲਾਂ ਤੱਕ ਭੇਜੀ ਜਾਂਦੀ ਹੈ। ਬੱਚਿਓ ਮਨੁੱਖਾਂ ਦੇ ਵਿੱਚ ਸਾਹ ਵਰਣਕ ਜਿਹੜਾ ਉਹ ਹੀਮੋਗਲੋਬਿਨ ਹੈ, ਜਿਸ ਦੀ ਆਕਸੀਜਨ ਦੇ ਲਈ ਬਹੁਤ ਜ਼ਿਆਦਾ ਖਿੱਚ ਹੁੰਦੀ ਹੈ। ਹੀਮੋਗਲੋਬਿਨ ਲਹੂ ਦੇ ਲਾਲ ਰਕਤਾਣੂਆਂ ਦੇ ਵਿੱਚ ਹੁੰਦਾ ਹੈ। ਇਹ ਵਰਣਕ ਫੇਫੜਿਆਂ ਦੀ ਹਵਾ ਤੋਂ ਆਕਸੀਜਨ ਨੂੰ ਲੈ ਕੇ ਸਾਰੇ ਟਿਸ਼ੂਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਨੈਕਸਟ ਕੁਐਸਚਨ, ਮਨੁੱਖਾਂ ਦੇ ਵਿੱਚ ਲਹੂ ਗੇੜ ਪ੍ਰਣਾਲੀ ਦੇ ਘਟਕ ਕਿਹੜੇ-ਕਿਹੜੇ ਹਨ? ਬੱਚਿਓ ਆਪਣੀ ਥਰਡ ਜੈਵਿਕ ਕਿਰਿਆ ਹੈ ਲਹੂ ਗੇੜ ਪ੍ਰਣਾਲੀ, ਪਰਿਵਹਿਨ ਕਿਰਿਆ। ਸਾਡੇ ਸਰੀਰ ਦੇ ਵਿੱਚ ਕਈ ਇਹੋ ਜਿਹੇ ਪਦਾਰਥ ਨੇ ਜਿਨ੍ਹਾਂ ਦੀ ਢੋਆ ਢੁਆਈ ਦਾ ਕੰਮ ਜ਼ਰੂਰੀ ਹੈ, ਜਿਵੇਂ ਕਿ ਭੋਜਨ, ਆਕਸੀਜਨ ਅਤੇ ਵਾਧੂ ਪਦਾਰਥ। ਇਹਨਾਂ ਦੀ ਢੋਆ ਢੁਆਈ ਭਾਵ ਪਰਿਵਹਿਨ ਦਾ ਕੰਮ ਜਿਹੜਾ ਹੈ ਉਹ ਸਰੀਰ ਦੇ ਵਿੱਚ ਲਹੂ ਦੁਆਰਾ ਕੀਤਾ ਜਾਂਦਾ ਹੈ। ਲਹੂ ਨੂੰ ਸਰੀਰ ਦੇ ਸਾਰੇ ਭਾਗਾਂ ਅਤੇ ਟਿਸ਼ੂਆਂ ਤੱਕ ਪਹੁੰਚਾਉਣ ਦਾ ਕੰਮ ਜਿਹੜਾ ਹੈ ਉਹ ਦਿਲ ਦੁਆਰਾ ਕੀਤਾ ਜਾਂਦਾ ਹੈ। ਦਿਲ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਧੜਕਦਾ ਰਹਿੰਦਾ ਹੈ। ਦਿਲ ਦੀ ਧੜਕਣ ਦੇ ਨਾਲ ਜਿਹੜੀ ਦਿਲ ਦੀ ਧੜਕਣ ਹੈ ਮਾਸਪੇਸ਼ੀਆਂ ਦੇ ਸੁੰਗੜਨ ਅਤੇ ਫੈਲਣ ਦੇ ਕਾਰਨ ਹੀ ਬਣਦੀ ਹੈ। ਆਓ ਹੁਣ ਪੜ੍ਹਦੇ ਹਾਂ ਮਨੁੱਖੀ ਦਿਲ ਬਾਰੇ। ਬੱਚਿਓ ਮਨੁੱਖੀ ਦਿਲ ਮਾਸਪੇਸ਼ੀਆਂ ਦਾ ਬਣਿਆ ਹੋਇਆ ਇੱਕ ਅੰਗ ਹੈ ਜੋ ਮੁੱਠੀ ਦੇ ਆਕਾਰ ਦਾ ਹੁੰਦਾ ਹੈ। ਇਹ ਛਾਤੀ ਖੋੜ ਦੇ ਵਿੱਚ ਥੋੜਾ ਜਿਹਾ ਖੱਬੇ ਪਾਸੇ ਸਥਿਤ ਹੁੰਦਾ ਹੈ। ਇਸ ਦੇ ਵਿੱਚ ਕੁੱਲ 4 ਖਾਨੇ ਹੁੰਦੇ ਹਨ, ਸੱਜਾ ਆਰਿਕਲ, ਸੱਜਾ ਵੈਂਟ੍ਰੀਕਲ, ਖੱਬਾ ਆਰਿਕਲ ਅਤੇ ਖੱਬਾ ਵੈਂਟ੍ਰੀਕਲ। ਸੱਜੇ ਆਰਿਕਲ ਅਤੇ ਸੱਜੇ ਵੈਂਟ੍ਰੀਕਲ ਦੇ ਵਿਚਕਾਰ 3 ਨੁਕਰਾ ਵਾਲਵ ਹੁੰਦਾ ਹੈ, ਜਦੋਂ ਕਿ ਖੱਬੇ ਆਰਿਕਲ ਅਤੇ ਖੱਬੇ ਵੈਂਟ੍ਰੀਕਲ ਦੇ ਵਿਚਕਾਰ 2 ਨੁਕਰਾ ਵਾਲਵ ਮੌਜੂਦ ਹੁੰਦਾ ਹੈ। ਦਿਲ ਜਿਹੜਾ ਹੈ ਉਹ ਦਿਲ ਪੇਸ਼ੀਆਂ ਦੇ ਕਾਰਨ ਲਗਾਤਾਰ ਸਾਰੀ ਜ਼ਿੰਦਗੀ ਸੁੰਗੜਦਾ ਅਤੇ ਫੈਲਦਾ ਰਹਿੰਦਾ ਹੈ। ਨੈਕਸਟ ਇਸ ਲੈਸਨ ਦਾ ਇੱਕ ਹੋਰ ਬਹੁਤ ਇੰਪੋਰਟੈਂਟ ਕੁਐਸਚਨ, ਮਨੁੱਖਾਂ ਦੇ ਅੰਦਰ ਦੂਰੀ ਲਹੂ ਗੇੜ ਪ੍ਰਣਾਲੀ ਦੀ ਵਿਆਖਿਆ ਕਰੋ। ਬੱਚਿਓ ਮਨੁੱਖਾਂ ਦੇ ਅੰਦਰ ਲਹੂ ਜਿਹੜਾ ਹੈ ਸਰੀਰ ਦੇ ਵਿੱਚ ਇੱਕ ਚੱਕਰ ਪੂਰਾ ਕਰਦਾ ਹੋਇਆ ਦਿਲ ਦੇ ਵਿੱਚ 2 ਵਾਰ ਦਾਖਲ ਹੁੰਦਾ ਹੈ ਤੇ 2 ਵਾਰ ਹੀ ਬਾਹਰ ਨਿਕਲਦਾ ਹੈ। ਇੱਕ ਵਾਰ ਸ਼ੁੱਧ ਰੂਪ ਦੇ ਵਿੱਚ ਤੇ ਇੱਕ ਵਾਰ ਅਸ਼ੁੱਧ ਰੂਪ ਦੇ ਵਿੱਚ। ਆਓ ਇਸ ਨੂੰ ਇਸ ਵੀਡੀਓ ਰਾਹੀਂ ਵੇਖਦੇ ਹਾਂ। ਬੱਚਿਓ ਜਿਹੜਾ ਦਿਲ ਹੈ ਉਹ ਬੰਦ ਮੁੱਠੀ ਦੇ ਆਕਾਰ ਦਾ ਇੱਕ ਅੰਗ ਹੈ, ਜਿਸ ਦੇ ਵਿੱਚ ਨਾਰਮਲੀ 2 ਪਾਸੇ ਨੇ, ਰਾਈਟ ਸਾਈਡ ਤੇ ਲੈਫਟ ਸਾਈਡ, ਤੇ ਜਿਹੜੇ ਇਹ 2 ਪਾਸੇ ਨੇ ਇਹਨਾਂ ਦਾ ਕੰਮ ਹੈ, ਦਿਲ ਦਾ ਕੰਮ ਹੈ ਸਰੀਰ ਦੇ ਸਾਰੇ ਅੰਗਾਂ ਤੱਕ ਖੂਨ ਦੀ ਸਪਲਾਈ ਕਰਨਾ ਅਤੇ ਸਰੀਰ ਦੇ ਸਾਰੇ ਅੰਗਾਂ ਤੱਕ ਖੂਨ ਦੇ ਰਾਹੀਂ ਆਕਸੀਜਨ ਦਾ ਪਰਿਵਹਿਨ ਕਰਨਾ। ਦਿਲ 1 ਮਿੰਟ ਦੇ ਵਿੱਚ 5 ਕੁਆਰਟਸ ਜਿਹੜਾ ਖੂਨ ਹੈ ਉਹ ਸਪਲਾਈ ਕਰਦਾ ਹੈ ਅਤੇ ਇਹ 35 ਮਿਲੀਅਨ ਟਾਈਮਸ 1 ਸਾਲ ਦੇ ਵਿੱਚ ਧੜਕਦਾ ਹੈ। ਸਰੀਰ ਦੇ ਸਾਰੇ ਭਾਗਾਂ ਤੋਂ ਅਸ਼ੁੱਧ ਖੂਨ ਯਾਨੀ ਕਿ ਆਕਸੀਜਨ ਰਹਿਤ ਖੂਨ ਸੱਜੇ ਆਰਿਕਲ ਦੇ ਵਿੱਚ ਤੇ ਸੱਜੇ ਆਰਿਕਲ ਤੋਂ ਸੱਜੇ ਵੈਂਟ੍ਰੀਕਲ ਦੇ ਵਿੱਚ ਲਿਆਂਦਾ ਜਾਂਦਾ ਹੈ ਸ਼ਿਰਾਵਾਂ ਦੁਆਰਾ, ਅਤੇ ਇੱਥੋਂ ਫੇਫੜਾ ਧਮਨੀ ਦੇ ਰਾਹੀਂ ਜਿਹੜਾ ਅਸ਼ੁੱਧ ਖੂਨ ਹੈ ਉਹ ਫੇਫੜਿਆਂ ਦੇ ਵਿੱਚ ਜਾਂਦਾ ਹੈ, ਜਿੱਥੇ ਖੂਨ ਜਿਹੜਾ ਹੈ ਸ਼ੁੱਧ ਹੋ ਜਾਂਦਾ ਹੈ, ਭਾਵ ਆਕਸੀਜਨ ਯੁਕਤ ਹੋ ਜਾਂਦਾ ਹੈ। ਆਕਸੀਜਨ ਯੁਕਤ ਖੂਨ ਜਿਹੜਾ ਹੈ ਉਹ ਖੱਬੇ ਆਰਿਕਲ ਤੋਂ 2 ਨੁਕਰੇ ਵਾਲਵ ਰਾਹੀਂ ਖੱਬੇ ਵੈਂਟ੍ਰੀਕਲ ਦੇ ਵਿੱਚ ਜਾਂਦਾ ਹੈ, ਜਿੱਥੇ ਇਹ ਮਹਾਧਮਨੀ ਦੁਆਰਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਇਸ ਕੰਮ ਦੇ ਲਈ 3 ਨੁਕਰਾ ਵਾਲਵ, 2 ਨੁਕਰਾ ਵਾਲਵ, ਪਲਮਨਰੀ ਵਾਲਵ ਅਤੇ ਆਇਓਟਿਕ ਵਾਲਵ ਜਿਹੜੇ ਨੇ ਉਹ ਸਹਾਇਤਾ ਕਰਦੇ ਨੇ, ਕਿਉਂਕਿ ਇਹ ਸਾਰੇ ਵਾਲਵ ਜਿਹੜੇ ਨੇ ਯੂਨੀ ਡਾਇਰੈਕਸ਼ਨਲ ਨੇ, ਇੱਕ ਖਾਸ ਦਿਸ਼ਾ ਵਿੱਚ ਹੀ ਖੁੱਲਦੇ ਨੇ ਤੇ ਖੂਨ ਦੇ ਬੈਕ ਫਲੋ ਨੂੰ ਰੋਕਦੇ ਹਨ। ਹਾਂਜੀ ਬੱਚਿਓ ਨੈਕਸਟ ਕੁਐਸਚਨ, ਪੌਦਿਆਂ ਦੇ ਵਿੱਚ ਪਾਣੀ ਤੇ ਖੁਰਾਕ ਦਾ ਸਥਾਨਾਂਤਰਨ ਕਿਵੇਂ ਹੁੰਦਾ ਹੈ? ਮਨੁੱਖਾਂ ਦੀ ਤਰ੍ਹਾਂ ਹੀ ਪੌਦਿਆਂ ਦੇ ਵਿੱਚ ਵੀ ਪਾਣੀ ਤੇ ਭੋਜਨ ਦਾ ਪਰਿਵਹਿਨ ਜ਼ਰੂਰੀ ਹੈ ਤੇ ਪੌਦਿਆਂ ਦੇ ਵਿੱਚ ਪਾਣੀ ਤੇ ਪਰਿਵਹਿਨ ਦਾ ਹੀ ਕੰਮ ਜ਼ਾਈਲਮ ਅਤੇ ਫਲੋਇਮ ਦੁਆਰਾ ਹੁੰਦਾ ਹੈ। ਪੌਦਿਆਂ ਦੇ ਵਿੱਚ ਵਾਸ਼ਪ ਉਤਸਰਜਨ ਕਿਰਿਆ ਜਿਹੜੀ ਹੈ ਉਹ ਪਾਣੀ ਤੇ ਖਣਿਜਾਂ ਦੇ ਪਰਿਵਹਿਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਬੱਚਿਓ ਕਈ ਵਾਰ ਤੁਹਾਨੂੰ ਐਗਜ਼ਾਮਸ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਹਨ ਜਿਹਦੇ ਵਿੱਚ ਤੁਹਾਨੂੰ ਡਾਇਗਰਾਮ ਦਿੱਤਾ ਜਾਂਦਾ ਹੈ ਤੇ ਡਾਇਗਰਾਮ ਨੂੰ ਤੁਸੀਂ ਲੇਬਲ ਕਰਨਾ ਹੁੰਦਾ ਹੈ। ਕਿਉਂਕਿ ਇਸ ਲੈਸਨ ਦੇ ਵਿੱਚ ਕਾਫੀ ਡਾਇਗਰਾਮਸ ਨੇ ਤਾਂ ਤੁਹਾਨੂੰ ਡਾਇਗਰਾਮ ਦੀ ਲੇਬਲਿੰਗ ਕਰਨੀ ਜਿਹੜੀ ਉਹ ਆ ਸਕਦੀ ਹੈ। ਜਿਸ ਤਰ੍ਹਾਂ ਕਿ ਇਸ ਕੁਐਸਚਨ ਦੇ ਵਿੱਚ ਦਿੱਤਾ ਗਿਆ ਹੈ ਕਿ ਫਸਟ, ਸੈਕਿੰਡ, ਥਰਡ ਤੇ ਫੋਰਥ ਪਾਰਟ ਨੂੰ ਜਿਹੜਾ ਲੇਬਲ ਕਰੋ। ਇਹ ਕੁਐਸਚਨ ABCD ਦੀ ਫਾਰਮ ਦੇ ਵਿੱਚ ਵੀ ਆ ਸਕਦਾ ਹੈ। ਤਾਂ ਬੱਚਿਓ ਇਸ ਤਰ੍ਹਾਂ ਦੇ ਕੁਐਸਚਨ ਨੂੰ ਤੁਸੀਂ ਕਿਸ ਤਰ੍ਹਾਂ ਅਟੈਂਪਟ ਕਰਨਾ ਹੈ? ਦੇਖੋ ਇਹ ਮਲ ਤਿਆਗ ਪ੍ਰਣਾਲੀ ਦਾ ਜਿਹੜਾ ਮਲ ਤਿਆਗ ਪ੍ਰਣਾਲੀ ਹੈ ਡਾਇਗਰਾਮ ਜਿਹੜਾ ਦਿੱਤਾ ਹੋਇਆ ਹੈ, ਇਸ ਦੇ ਵਿੱਚ ਨੰਬਰ 1 ਜਿਹੜਾ ਪਾਰਟ ਹੈ ਨਾਲੀ ਜਿਹੜੀ ਹੈ ਉਹ ਕੀ ਹੈ? ਵੈਰੀ ਗੁੱਡ, ਉਹ ਹੈ ਸੱਜੀ ਮੂਤਰ ਵਹਿਣੀ ਯਾਨੀ ਕਿ ਰਾਈਟ ਯੂਰੇਟਰ। ਹਾਂਜੀ ਤੇ ਸੈਕਿੰਡ ਪਾਰਟ ਬਿਲਕੁਲ ਠੀਕ, ਖੱਬਾ ਗੁਰਦਾ ਯਾਨੀ ਕਿ ਲੈਫਟ ਕਿਡਨੀ। ਥਰਡ ਪਾਰਟ ਜਿਹੜਾ ਹੈ ਮੂਤਰ ਮਸਾਨਾ ਯੂਰਿਨਰੀ ਬਲੈਡਰ, ਤੇ ਇਸੇ ਤਰ੍ਹਾਂ ਫੋਰਥ ਪਾਰਟ ਹੈ ਮੂਤਰ ਮਾਰਗ ਯਾਨੀ ਕਿ ਯੂਰੀਥਰਾ। ਤਾਂ ਇਸ ਤਰ੍ਹਾਂ ਦੇ ਕੁਐਸਚਨ ਬੇਟਾ ਤੁਸੀਂ
ਇਸੇ ਤਰ੍ਹਾਂ ਜਿਹੜੇ ਨੰਬਰ ਸੀਕੁਐਂਸ ਦਿੱਤਾ ਹੋਏਗਾ ABCD ਜਾਂ ਫਿਰ 1 2 3 4 ਜਾਂ ਕੋਈ ਵੀ ਹੋਰ ਫਾਰਮ ਦੇ ਵਿੱਚ, ਤਾਂ ਤੁਸੀਂ ਇਹਨਾਂ ਨੂੰ ਇਸੇ ਤਰ੍ਹਾਂ ਅਟੈਂਪਟ ਕਰਨਾ। ਇਸ ਦੇ ਸਾਰੇ ਪਾਰਟਸ ਜਿੰਨੇ ਵੀ ਡਾਇਗਰਾਮਸ ਨੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਲਰਨ ਕਰਨਾ ਹੈ। ਨੈਕਸਟ ਕੁਐਸਚਨ, ਨੈਫਰੋਨ ਦੀ ਰਚਨਾ ਦੀ ਵਿਆਖਿਆ ਕਰੋ। ਬੱਚਿਓ, ਨੈਫਰੋਨ ਗੁਰਦਿਆਂ ਦੀ ਰਚਨਾਤਮਕ ਅਤੇ ਕਾਰਜਾਤਮਕ ਇਕਾਈ ਹੈ। ਨੈਫਰੋਨ ਨੂੰ ਅਸੀਂ ਡਾਇਲਸਿਸ ਥੈਲਾ ਵੀ ਕਹਿੰਦੇ ਹਾਂ। ਹਰੇਕ ਗੁਰਦੇ ਦੇ ਵਿੱਚ ਫਿਲਟਰ ਕਰਨ ਵਾਲੀਆਂ ਇਕਾਈਆਂ ਭਾਵ ਨੈਫਰੋਨ ਜਿਹੜੇ ਨੇ ਉਹ ਨੇੜੇ-ਨੇੜੇ ਜੁੜੇ ਹੋਏ ਪਏ ਹੁੰਦੇ ਹਨ। ਹਰੇਕ ਨੈਫਰੋਨ ਦੇ ਆਰੰਭ ਦੇ ਵਿੱਚ ਲਹੂ ਕੋਸ਼ਿਕਾਵਾਂ ਦਾ ਇੱਕ ਗੁੱਛਾ ਹੁੰਦਾ ਹੈ ਜੋ ਨਲੀ ਦੇ ਕੱਪ ਦੇ ਆਕਾਰ ਦੇ ਸਿਰੇ ਦੇ ਨਾਲ ਜੁੜਿਆ ਹੁੰਦਾ ਹੈ। ਇਹ ਹੈ ਨੈਫਰੋਨ ਦੀ ਰਚਨਾ। ਨੈਕਸਟ ਕੁਐਸਚਨ ਦੇ ਵਿੱਚ ਅਸੀਂ ਗੱਲ ਕਰਾਂਗੇ ਨੈਫਰੋਨ ਦੀ ਕਾਰਜਵਿਧੀ ਦੀ। ਕਈ ਵਾਰ ਤੁਹਾਨੂੰ ਇਹ ਕੁਐਸਚਨ ਇਸ ਤਰ੍ਹਾਂ ਵੀ ਆਉਂਦਾ ਹੈ ਕਿ ਮਨੁੱਖਾਂ ਦੇ ਅੰਦਰ ਮੂਤਰ ਬਣਨ ਦੀ ਕਿਰਿਆ ਦੀ ਵਿਆਖਿਆ ਕਰੋ। ਬੇਟਾ ਇਹਨਾਂ ਦੋਵਾਂ ਕੁਐਸਚਨਸ ਦਾ ਜਿਹੜਾ ਆਨਸਰ ਹੈ ਉਹ ਸੇਮ ਹੀ ਹੈ। ਨੈਫਰੋਨ ਦੇ ਆਰੰਭਿਕ ਭਾਗ ਦੇ ਅੰਦਰ ਗਲੋਮੈਰੁਲਸ ਦੇ ਵਿੱਚ ਫਿਲਟਰੀਕਰਨ ਦੀ ਕਿਰਿਆ ਹੁੰਦੀ ਹੈ, ਜਿਸ ਦੇ ਵਿੱਚ ਲਹੂ ਦੀਆਂ ਕੋਸ਼ਿਕਾਵਾਂ ਦਾ ਇੱਕ ਗੁੱਛਾ ਹੁੰਦਾ ਹੈ ਜਿਸ ਦਾ ਮੁੱਖ ਕੰਮ ਹੁੰਦਾ ਹੈ ਲਹੂ ਨੂੰ ਫਿਲਟਰ ਕਰਨਾ। ਲਹੂ ਜਿਹੜਾ ਹੈ ਉਹ ਗਲੋਮੈਰੁਲਸ ਤੋਂ ਬੋਮਨ ਕੈਪਸੂਲ ਦੇ ਵਿੱਚ ਜਾਂਦਾ ਹੈ ਤੇ ਫਿਲਟਰ ਹੋਏ ਲਹੂ ਦੇ ਵਿੱਚੋਂ ਗਲੂਕੋਜ਼, ਐਮੀਨੋ ਤੇਜ਼ਾਬ, ਲੂਣ, ਪਾਣੀ ਤੇ ਯੂਰੀਆ ਇਹ ਸਾਰੇ ਫਿਲਟਰੇਟ ਦੇ ਵਿੱਚ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਮੁੜ ਸੋਖਣ ਕਿਰਿਆ ਦੁਆਰਾ ਗਲੂਕੋਜ਼ ਤੇ ਐਮੀਨੋ ਤੇਜ਼ਾਬ ਜਿਹੜੇ ਨੇ ਉਹ ਖੂਨ ਦੀਆਂ ਨਾਲੀਆਂ ਦੇ ਵਿੱਚ ਦੁਬਾਰਾ ਸੋਖ ਲਏ ਜਾਂਦੇ ਹਨ। ਯੂਰੀਆ ਸਹਿਤ ਫਿਲਟਰੇਟ ਜਿਹੜਾ ਹੈ ਉਹ ਮੂਤਰ ਦੇ ਰੂਪ ਵਿੱਚ ਇਕੱਤਰ ਕਰਨ ਵਾਲੀ ਨਾਲੀ ਯਾਨੀ ਕਿ ਕਲੈਕਟਿੰਗ ਡਕਟ ਤੱਕ ਜਾਂਦਾ ਹੈ, ਜਿੱਥੋਂ ਗੁਰਦਿਆਂ ਤੋਂ ਮੂਤਰ ਤੇ ਮੂਤਰ ਵਹਿਣੀਆਂ ਤੇ ਫਿਰ ਮੂਤਰ ਮਸਾਣਾ ਦੇ ਵਿੱਚ ਸਟੋਰ ਹੋ ਜਾਂਦਾ ਹੈ। ਜਦੋਂ ਮੂਤਰ ਮਸਾਣਾ ਅੱਧ ਤੋਂ ਵੱਧ ਤੱਕ ਭਰ ਜਾਂਦਾ ਹੈ ਤਾਂ ਦਿਮਾਗ ਨੂੰ ਇਸ ਦੇ ਸੰਕੇਤ ਜਾਂਦੇ ਹਨ ਤੇ ਫਿਰ ਮੂਤਰ ਮਸਾਣਾ ਤੋਂ ਮੂਤਰ ਮਾਰਗ ਦੇ ਰਾਹੀਂ ਇਸ ਨੂੰ ਸਰੀਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਜੋ ਇੱਕ ਹੋਰ ਇੰਪੋਰਟੈਂਟ ਕੁਐਸਚਨ ਕਿ ਕੀ ਗੁਰਦਿਆਂ ਤੋਂ ਇਲਾਵਾ ਸਾਡੇ ਸਰੀਰ ਦੇ ਵਿੱਚ ਹੋਰ ਵੀ ਮਲ ਤਿਆਗ ਅੰਗ ਹਨ? ਜੀ ਹਾਂ, ਪਹਿਲਾ ਹੈ ਚਮੜੀ। ਚਮੜੀ ਦੇ ਵਿੱਚ ਤੁਹਾਨੂੰ ਪਤਾ ਬੇਟਾ ਕਿ ਅਸੀਂ ਪਸੀਨੇ ਗ੍ਰੰਥੀਆਂ ਦੇ ਰਾਹੀਂ ਆਪਣੀ ਚਮੜੀ ਦੇ ਵਿੱਚੋਂ ਫालतू ਪਾਣੀ ਤੇ ਜਿਹੜਾ ਨਮਕ ਹੈ ਉਹ ਐਕਸਕ੍ਰੀਟ ਕਰਦੇ ਹਾਂ। ਇਸ ਤੋਂ ਇਲਾਵਾ ਜਿਗਰ ਤੇ ਫੇਫੜਿਆਂ ਰਾਹੀਂ ਵੀ ਅਸੀਂ ਕਾਰਬਨ ਡਾਈਆਕਸਾਈਡ ਨੂੰ ਆਪਣੇ ਸਰੀਰ ਦੇ ਵਿੱਚੋਂ ਬਾਹਰ ਕੱਢਦੇ ਹਾਂ। ਤਾਂ ਇਹ ਸਰੀਰ ਦੇ ਹੋਰ ਵਾਧੂ ਜਿਹੜੇ ਮਾਲ ਨਿਕਾਸ ਅੰਗ ਹਨ। ਹੁਣ ਅਸੀਂ ਗੱਲ ਕਰਦੇ ਹਾਂ ਕੁਝ ਪੈਸ ਆਧਾਰਿਤ ਪ੍ਰਸ਼ਨਾਂ ਬਾਰੇ। ਬੱਚਿਓ, ਇਸ ਦੇ ਵਿੱਚ ਫਸਟ ਕੁਐਸਚਨ ਹੈ ਕਿ ਪੌਦਿਆਂ ਦੇ ਵਿੱਚ ਜਾਈਲਮ ਦਾ ਕੰਮ ਕੀ ਹੈ? ਤਾਂ ਪਾਣੀ ਦਾ ਪਰਿਵਹਨ, ਭੋਜਨ ਦਾ ਪਰਿਵਹਨ, ਅਮੀਨੋ ਤੇਜ਼ਾਬ ਦਾ ਪਰਿਵਹਨ ਜਾਂ ਫਿਰ ਆਕਸੀਜਨ ਦਾ ਪਰਿਵਹਨ। ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ? ਪਾਣੀ ਦਾ ਪਰਿਵਹਨ। ਨੈਕਸਟ ਕੁਐਸਚਨ, ਸਵੈ ਪੋਸ਼ੀ ਪੋਸ਼ਣ ਲਈ ਕੀ ਜ਼ਰੂਰੀ ਹੈ? ਕਾਰਬਨ ਡਾਈਆਕਸਾਈਡ ਅਤੇ ਪਾਣੀ, ਕਲੋਰੋਫਿਲ, ਸੂਰਜ ਦਾ ਪ੍ਰਕਾਸ਼ ਜਾਂ ਫਿਰ ਉਪਰੋਕਤ ਸਾਰੇ। ਤਾਂ ਸਾਨੂੰ ਬੱਚਿਓ ਪਤਾ ਹੈ ਕਿ ਸਵੈ ਪੋਸ਼ੀ ਪੋਸ਼ਣ ਯਾਨੀ ਕਿ ਪ੍ਰਕਾਸ਼ ਸੰਸਲੇਸ਼ਨ ਕਿਰਿਆ, ਤੇ ਇਸ ਦੇ ਲਈ ਇਹਨਾਂ ਸਾਰਿਆਂ ਦਾ ਹੀ ਹੋਣਾ ਜ਼ਰੂਰੀ ਹੈ। ਇਸ ਕਰਕੇ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਉਪਰੋਕਤ ਸਾਰੇ। ਨੈਕਸਟ ਕੁਐਸਚਨ, ਮਨੁੱਖਾਂ ਦੇ ਵਿੱਚ ਗੁਰਦੇ ਇੱਕ ਤੰਤਰ ਪ੍ਰਣਾਲੀ ਦਾ ਭਾਗ ਹਨ। ਇਹ ਜਿਹੜੀ ਤੰਤਰ ਪ੍ਰਣਾਲੀ ਹੈ ਇਹ ਕਿਸ ਦੇ ਨਾਲ ਸੰਬੰਧਿਤ ਹੈ? ਤਾਂ ਬੇਟਾ ਇਸ ਦਾ ਆਨਸਰ ਹੈ ਪੋਸ਼ਣ, ਸਾਹ ਕਿਰਿਆ, ਮਲ ਤਿਆਗ ਜਾਂ ਪਰਿਵਹਨ। ਆਪਾਂ ਹੁਣੇ ਹੀ ਪੜ੍ਹ ਕੇ ਆਏ ਹਾਂ ਕਿ ਜਿਹੜੇ ਮਨੁੱਖਾਂ ਦੇ ਵਿੱਚ ਗੁਰਦੇ ਹੁੰਦੇ ਨੇ ਉਹ ਕਿਹੜੀ ਪ੍ਰਣਾਲੀ ਦੇ ਨਾਲ ਸੰਬੰਧਿਤ ਹੁੰਦੇ ਹੈ? ਗੁਰਦੇ ਬੇਟਾ ਮਲ ਤਿਆਗ ਪ੍ਰਣਾਲੀ ਦਾ ਜਿਹੜਾ ਹੈ ਸਭ ਤੋਂ ਪਹਿਲਾ ਭਾਗ ਹੁੰਦੇ ਹੈ। ਤਾਂ ਇਸ ਕਰਕੇ ਰਾਈਟ ਆਨਸਰ ਹੈ ਮਲ ਤਿਆਗ। ਹਾਂਜੀ, ਨੈਕਸਟ ਕੁਐਸਚਨ, ਪਾਇਰੂਵੇਟ ਦੇ ਵਿਖੰਡਨ ਦੇ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਕਿੱਥੇ ਵਾਪਰਦੀ ਹੈ? ਇਹ ਕੁਐਸਚਨ ਸਾਹ ਕਿਰਿਆ ਦੇ ਨਾਲ ਸੰਬੰਧਿਤ ਹੈ। ਤਾਂ ਇਸ ਦਾ ਵੀ ਅਸੀਂ ਆਨਸਰ ਜਿਹੜਾ ਪਿੱਛੇ ਪੜ੍ਹ ਕੇ ਆਏ ਹਾਂ, ਪਾਇਰੂਵੇਟ ਜਦੋਂ ਗਲੂਕੋਜ਼ ਦਾ ਪਾਇਰੂਵੇਟ ਦੇ ਵਿੱਚ ਵਿਖੰਡਨ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਕਾਰਬਨ ਡਾਈਆਕਸਾਈਡ, ਪਾਣੀ ਤੇ ਤਾਪ ਊਰਜਾ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਪਰੰਤੂ ਇਹ ਕਿਰਿਆ ਕਿੱਥੇ ਵਾਪਰਦੀ ਹੈ? ਆਪਸ਼ਨਸ ਹਨ ਸਾਈਟੋਪਲਾਜ਼ਮ ਦੇ ਵਿੱਚ, ਮਾਈਟੋਕੌਂਡਰੀਆ ਦੇ ਵਿੱਚ, ਕਲੋਰੋਪਲਾਸਟ ਦੇ ਵਿੱਚ ਜਾਂ ਫਿਰ ਨਿਊਕਲੀਅਸ ਦੇ ਵਿੱਚ। ਬੇਟਾ ਇਸ ਦਾ ਰਾਈਟ ਆਨਸਰ ਕੀ ਹੈ? ਮਾਈਟੋਕੌਂਡਰੀਆ ਦੇ ਵਿੱਚ, ਕਿਉਂਕਿ ਇਹ ਇੱਕ ਆਕਸੀ ਸਾਹ ਕਿਰਿਆ ਹੈ ਤੇ ਆਕਸੀ ਸਾਹ ਕਿਰਿਆ ਜਿਹੜੀ ਹੈ ਉਹ ਮਾਈਟੋਕੌਂਡਰੀਆ ਦੇ ਵਿੱਚ ਹੁੰਦੀ ਹੈ। ਤਾਂ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਪ੍ਰਸ਼ਨ ਜਿਹੜੇ ਨੇ ਸਮਝ ਆ ਗਏ ਹੋਵੋਗੇ ਤੇ ਹੁਣ ਤੁਸੀਂ ਇਹਨਾਂ ਸਾਰੇ ਪ੍ਰਸ਼ਨਾਂ ਨੂੰ ਆਪਣੇ ਐਗਜ਼ਾਮਸ ਦੇ ਵਿੱਚ ਅਟੈਂਪਟ ਕਰਨ ਦੇ ਯੋਗ ਹੋ ਗਏ ਹੋਵੋਗੇ। ਧੰਨਵਾਦ।